ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਇਸ ਸ਼ਬਦ ਵਿੱਚ ਸਤਿਗੁਰੂ ਜੀ ਜਗਿਆਸੂ ਅਤੇ ਤਤ ਬੇਤੇ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਬਖਸ਼ਦੇ ਹਨ। ਏਕ ਨ ਭਰੀਆ ਗੁਣ ਕਰ ਧੋਵਾ, ਮੇਰਾ ਸਹੁ ਜਾਗੈ ਹਉ ਨਿਸ ਭਰ ਸੋਵਾ। ਹੇ ਭਾਈ ਪਰਮੇਸ਼ਰ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪ੍ਰਭੂ, ਮੇਰੀ ਦੇਹ ਕੋਈ ਇੱਕ ਔਗਣ ਕਰਕੇ ਨਹੀਂ ਭਰੀ ਹੋਈ ਕਿ ਇੱਕ ਅੱਧੇ ਔਗਣ ਉਪਕਾਰ ਕਰਕੇ ਧੋ ਲਈਏ। ਭਾਵ ਸਾਡੇ ਵਿੱਚ ਬੇਅੰਤ ਔਗਣ ਹਨ ਜੋ ਇੱਕ ਅੱਧੇ ਗੁਣ ਨਾਲ ਧੋਤੇ ਨਹੀਂ ਜਾਂਦੇ। ਮੇਰਾ ਸਾਡਾ ਸਹੋਪਤੀ ਅਕਾਲ ਪੁਰਖ ਤਾਂ ਸਦਾ ਹੀ ਜਾਗਦਾ ਪਿਆ ਹੈ, ਪਰੰਤੂ ਮੈਂ ਅਵਿਦਿਆ ਰੂਪੀ ਨਿਸ ਰਾਤ ਵਿੱਚ ਮਨ ਬੁੱਧ ਰੂਪੀ ਨੇਤਰਾਂ ਵਿੱਚ ਨੀਂਦ ਭਰ ਕੇ ਸੁੱਤੀ ਹੋਈ ਹਾਂ। ਇਉਂ ਕਿਉ ਕੰਤ ਪਿਆਰੀ ਹੋਵਾ, ਸਹੁ ਜਾਗੈ ਹਉ ਨਿਸ ਭਰ ਸੋਵਾ। ਰਹਾਉ। ਹੇ ਮਹਾਤਮਾ ਰੂਪੀ ਸਖੀਓ, ਇਸ ਪ੍ਰਕਾਰ ਕਿਵੇਂ ਕੰਤ ਪਤੀ ਅਕਾਲ ਪੁਰਖ ਨੂੰ ਪਿਆਰੀ ਹੋ ਸਕਦੀ ਹਾਂ। ਮੇਰਾ ਸਹੋਪਤੀ ਅਕਾਲ ਪੁਰਖ ਸਦਾ ਹੀ ਜਾਗਦਾ ਪਿਆ ਹੈ, ਪਰੰਤੂ ਮੈਂ ਅਵਿਦਿਆ ਰੂਪੀ ਨਿਸ ਰਾਤ ਵਿੱਚ ਮਨ ਬੁੱਧ ਰੂਪੀ ਨੇਤਰਾਂ ਅੰਦਰ ਪਦਾਰਥਾਂ ਦੀ ਇੱਛਾ ਰੂਪ ਨੀਂਦ ਭਰ ਕੇ ਸੋਵਾਂ ਸੁੱਤੀ ਪਈ ਹਾਂ। ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਆਸ ਪਿਆਸੀ ਸੇਜੈ ਆਵਾ, ਆਗੈ ਸਹਿ ਭਾਵਾ ਕੇ ਨਾ ਭਾਵਾ। ਹੁਣ ਜਗਿਆਸੂ ਪੁਰਸ਼ ਦੀ ਅਵਸਥਾ ਕਥਨ ਕਰਦੇ ਹਨ ਕਿ ਜਗਿਆਸੂ ਰੂਪੀ ਇਸਤਰੀ ਮਹਾਤਮਾ ਤਤ ਬੇਤਿਆਂ ਅੱਗੇ ਬੇਨਤੀ ਕਰਦੀ ਹੈ ਕਿ ਹੇ ਮਹਾਤਮਾ ਰੂਪੀ ਸਖੀਓ, ਮੈਂ ਸੁਣਿਆ ਹੈ ਕਿ ਪਤੀ ਪਰਮਾਤਮਾ ਅੰਤਰਮੁਖ ਬਿਰਤੀ ਹੋਣ 'ਤੇ ਅੰਤਸ਼ਕਰਨ ਰੂਪੀ ਸੇਜਾ ਵਿੱਚ ਆਉਂਦਾ ਹੈ ਅਤੇ ਸਾਡੀ ਬਿਰਤੀ ਇਸੇ ਉਮੀਦ ਵਿੱਚ ਪਿਆਸੀ ਚਾਹਵਾਨ ਹੋ ਰਹੀ ਆ। ਪਰੰਤੂ ਇਹ ਸ਼ੰਕਾ ਵੀ ਆ ਕਿ ਅੱਗੇ ਸਹਿਪਤੀ ਪਰਮਾਤਮਾ ਨੂੰ ਭਾਵਾਂ ਚੰਗੀ ਲੱਗਾਂਗੀ ਜਾਂ ਨਹੀਂ ਲੱਗਾਂਗੀ, ਕਿਉਂਕਿ ਜਿਸ ਪ੍ਰਕਾਰ ਤੁਹਾਡੀ ਮਹਾਤਮਾ ਦੀ ਪਰਮੇਸ਼ਰ ਉੱਪਰ ਸ਼ਰਧਾ ਹੈ, ਤੁਸੀਂ ਉਸ ਨੂੰ ਰੋਮ ਰੋਮ ਵਿੱਚ ਵੇਖਦੇ ਹੋ ਅਤੇ ਮੈਂ ਥੋੜ੍ਹਾ ਵੀ ਚੇਤੇ ਨਹੀਂ ਕਰਦੀ। ਦੂਸਰਾ, ਮੇਰੇ ਵਿੱਚ ਔਗਣ ਬਹੁਤੇ ਭਰੇ ਹੋਏ ਆ। ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨ ਜਾਈ। ਰਹਾਉ। ਰੀ ਤੋਂ ਭਾਵ ਹੁੰਦਾ ਹੇ ਮਾਈ ਤੋਂ ਭਾਵ ਮਾਤਾ ਪਿਤਾ ਦੀ ਨਿਆਈ ਮਹਾਤਮਾ ਰੂਪ ਸਖੀਓ, ਮੈਂ ਕੀ ਜਾਣਨਾ ਕਰਾਂ ਕਿ ਮੇਰਾ ਕੀ ਹਾਲ ਹੋਵੇਗਾ, ਪਰੰਤੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕੀਤੇ ਤੋਂ ਬਗੈਰ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ। ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪ੍ਰੇਮ ਨ ਚਾਖਿਆ ਮੇਰੀ ਤਿਸ ਨ ਬੁਝਾਨੀ, ਗਿਆ ਸੋ ਜੋਬਨ ਧਨ ਪਛਤਾਨੀ। ਮਹਾਤਮਾ ਰੂਪ ਸਖੀਆਂ ਨੇ ਪੁੱਛਿਆ ਕਿ ਪਛਤਾਵਾ ਕਿਉਂ ਕਰਦੀ ਹੈ, ਤਾਂ ਜਗਿਆਸੂ ਰੂਪ ਇਸਤਰੀ ਕਹਿੰਦੀ ਕਿ ਮੈਂ ਮਹਾਰਾਜ ਦੇ ਪਿਆਰ ਦਾ ਰਸ ਆਨੰਦ ਨਹੀਂ ਚਖਣਾ ਕੀਤਾ, ਭਾਵ ਧਾਰਿਆ ਨਹੀਂ, ਜਿਸ ਕਰਕੇ ਮੇਰੀ ਪਦਾਰਥ ਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ, ਭਾਵ ਨਿਵਿਰਤ ਨਹੀਂ ਹੋਈ। ਸੋ ਸ੍ਰੇਸ਼ਟ ਜੋਬਨ ਜਵਾਨੀ ਸ਼ੌਕ ਅਵਸਥਾ ਦਾ ਸਮਾਂ ਚਲਾ ਗਿਆ, ਜਿਸ ਕਰਕੇ ਮੇਰੀ ਆਭਾਸ ਬਿਰਤੀ ਰੂਪੀ ਜਿੰਦ ਪਛਤਾਵਾ ਕਰਦੀ ਹੈ। ਅਜੈ ਸੋ ਜਾਗੋ ਆਸ ਪਿਆਸੀ, ਭਈ ਲੈ ਉਦਾਸੀ ਰਹੋ ਨਿਰਾਸੀ। ਰਹਾਉ। ਅਜੈ ਹੁੰਦਾ ਹੁਣ ਤੱਕ ਤਾਂ ਸ੍ਰੇਸ਼ਟ ਪਰਮੇਸ਼ਰ ਦੀ ਪ੍ਰਾਪਤੀ ਰੂਪ ਆਸ ਉਮੀਦ ਦੀ ਪਿਆਸੀ ਤਿਹਾਈ ਹੋਣ ਕਰਕੇ ਜਾਗ ਰਹੀ ਹਾਂ। ਮੇਰੀ ਬਿਰਤੀ ਪਦਾਰਥਾਂ ਦੀ ਪ੍ਰਾਪਤੀ ਰੂਪੀ ਇੱਛਾ ਤੋਂ ਉਦਾਸੀ ਉਪਰਾਮ ਭਈਲੇ ਹੋ ਗਈ ਹੈ, ਪਰੰਤੂ ਪਰਮੇਸ਼ਰ ਦੇ ਦਰਸ਼ਨ ਨਾ ਹੋਣ ਕਰਕੇ ਨਿਰਾਸੀ ਕੀਏ ਨਿਰਾਸਤਾ ਦੇ ਸਹਿਤ ਰਹਿੰਦੀ ਹਾਂ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਅੱਗੇ ਮਹਾਤਮਾ ਤਤ ਬੇਤਿਆਂ ਰੂਪੀ ਸਖੀਆਂ ਜਗਿਆਸੂ ਰੂਪ ਇਸਤਰੀ ਨੂੰ ਸਮਝਾਉਂਦੀਆਂ ਹੋਈਆਂ ਕਹਿੰਦੀਆਂ, ਹਉਮੈ ਖੋਏ ਕਰੇ ਸੀਗਾਰ, ਤਉ ਕਾਮਣ ਸੇਜੈ ਰਵੈ ਪਧਾਰ। ਹੇ ਸਖੀ, ਜੇਕਰ ਆਪਣੀ ਦੇਹ ਦੇ ਅੰਦਰੋਂ ਗੁਣਾ ਵਿਦਿਆ ਪਦਾਰਥ ਆਦਿ ਦੀ
ਹਉਮੈ ਹੰਗਤਾ ਮਮਤਾ ਨੂੰ ਖੋਣ ਭਾਵ ਨਿਵਰਤ ਕਰਨ ਰੂਪ ਸ਼ਿੰਗਾਰ ਦੇ ਸਹਿਤ ਹੋਣਾ ਕਰੇਂਗੀ। ਸ਼ੁਭ ਗੁਣਾ ਰੂਪੀ ਸ਼ਿੰਗਾਰ ਕਰੇਂਗੀ। ਹੇ ਜਗਿਆਸੂ ਰੂਪੀ ਕਾਮਣ ਇਸਤਰੀਏ, ਤਦ ਤੇਰੀ ਆਭਾਸ ਬਿਰਤੀ ਅੰਤਿਸ਼ ਕਰਨ ਰੂਪੀ ਸੇਜਾ ਉੱਪਰ ਸਾਖੀ ਚੇਤਨ ਰੂਪੀ ਪਧਾਰ ਪਤੀ ਦੇ ਆਨੰਦ ਤਾਈਂ ਮਾਨਣਾ ਕਰੇਗੀ। ਤਉ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਉ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਤਦ ਪਰਮੇਸ਼ਰ ਰੂਪੀ ਕੰਤੈ ਹੁੰਦਾ ਪਤੀ ਦੇ ਮਨ ਚਿੱਤ ਵਿੱਚ ਭਾ ਸਕਦੀ ਹੈ ਅਤੇ ਦੁਨੀਆ ਦੁਆਰਾ ਪ੍ਰਾਪਤ ਹੋਣੀ ਵਡਿਆਈ ਦੀ ਇੱਛਾ ਨੂੰ ਛੱਡ ਕਰਕੇ ਆਪਣੇ ਖਸਮ ਮਾਲਕ ਪਰਮੇਸ਼ਰ ਵਿੱਚ ਸਮਾ ਜਾਵੇਗੀ। ਰਹਾਉ। ਸੋ ਇਸ ਸ਼ਬਦ ਵਿੱਚ 3 ਰਹਾਉ ਆਏ ਹਨ, ਜਿਸ ਦਾ ਭਾਵ ਹੈ ਕਿ ਇਸ ਵਿੱਚ 3 ਸਿਧਾਂਤ ਆਏ ਆ। ਪਹਿਲੇ ਰਹਾਉ ਤੱਕ ਜਗਿਆਸੂ ਦੀ ਵਿਜੋਗ ਦੀ ਅਵਸਥਾ ਦੱਸਦੇ ਮਹਾਰਾਜ। ਦੂਸਰੇ ਰਹਾਉ ਤੱਕ ਪਰਮੇਸ਼ਰ ਪ੍ਰਾਪਤੀ ਦੀ ਆਸ ਉਮੀਦ ਸੀ। ਤੀਸਰੇ ਰਹਾਉ ਤੱਕ ਪ੍ਰਾਪਤੀ ਦੱਸੀ ਹੈ। ਰਾਗੀ ਸਿੰਘਾਂ ਲਈ ਹਦਾਇਤ ਹੈ ਕਿ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਅਸਥਾਈ ਬਣਾ ਸਕਦੇ ਹਨ। ਆਸਾ ਮਹੱਲਾ ਪਹਿਲਾ। ਪੇ ਵਕੜੈ ਧਨ ਖਰੀ ਏਆਣੀ, ਤਿਸ ਸਹਿ ਕੀ ਮੈਂ ਸਾਰ ਨ ਜਾਣੀ। ਜੀਵ ਰੂਪੀ ਧਨ ਇਸਤਰੀ ਸੰਸਾਰ ਰੂਪੀ ਪੇਕੇ ਘਰ ਵਿੱਚ ਖਰੀ ਬਹੁਤ ਏਆਣੀ ਅਗਿਆਤ ਹੋ ਰਹੀ ਆ। ਆਭਾਸ ਬਿਰਤੀ ਰੂਪੀ ਧਨ ਇਸਤਰੀ ਸੰਸਾਰਾ ਘਰ ਹੋਣ ਰੂਪ ਪੇਵਕੜੈ ਪੇਕੇ ਘਰ ਵਿੱਚ ਖਰੀ ਅਤਿਅੰਤ ਏਆਣੀ ਅਗਿਆਨਣ ਹੋ ਰਹੀ ਆ। ਉਸ ਸਹਿਪਤੀ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਸਾਰ ਖਬਰ ਮੈਂ ਨਹੀਂ ਜਾਣਨਾ ਕੀਤੀ। ਸਹੁ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾਵਾ ਹੋਈ ਰਹਾਉ। ਮੇਰਾ ਕਿ ਇਹ ਸਾਡਾ ਤਾਂ ਸਹੁ ਪਤੀ ਇੱਕ ਅਕਾਲ ਪੁਰਖ ਹੀ ਹੈ, ਦੂਸਰਾ ਹੋਰ ਕੋਈ ਨਹੀਂ ਹੈ। ਜੇਕਰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਹੀ ਉਸ ਨਾਲ ਮਿਲਾਵਾ ਮਿਲਾਪ ਹੋ ਸਕਦਾ ਹੈ। ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਹੁ ਰੜੈ ਧਨ ਸਾਚ ਪਛਾਣਿਆ, ਸਹਿਜ ਸੁਭਾਏ ਆਪਣਾ ਪਿਰ ਜਾਣਿਆ। ਜਿਨ੍ਹਾਂ ਜੀਵਾਂ ਰੂਪ ਧਨ ਇਸਤਰੀਆਂ ਨੇ ਸਹੁਰੜੇ ਸਹੁਰੇ ਘਰ ਭਾਵ ਪਰਲੋਕ ਵਿੱਚ ਸੁੱਖ ਪਾਉਣ ਲਈ ਆਭਾਸ ਬਿਰਤੀ ਦੁਆਰਾ ਸੱਚ ਸਰੂਪ ਨੂੰ ਪਛਾਨਣਾ ਕੀਤਾ ਹੈ। ਭਾਵ ਸੰਸਾਰਾਕਾਰ ਬਿਰਤੀ ਦੇ ਹੁੰਦਿਆਂ ਸਹੁਰੇ ਘਰ ਰੂਪ ਬ੍ਰਹਮਾਕਾਰ ਬਿਰਤੀ ਕੀਤੀ ਹੈ। ਉਹਨਾਂ ਨੇ ਸਹਿਜ ਸੁਤੇ ਸਿੱਧ ਸੁਭਾਵਕ ਹੀ ਆਪਣਾ ਪਿਰ ਪਤੀ ਅਕਾਲ ਪੁਰਖ ਜਾਣ ਲਿਆ ਹੈ। ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ। ਜੇਕਰ ਗੁਰੂ ਦਾ ਸਤਿਗੁਰਾਂ ਦੀ ਪ੍ਰਸਾਦੀ ਕਿਰਪਾਲਤਾ ਕਰਕੇ ਅਜਿਹੀ ਮਤ ਬੁੱਧੀ ਆ ਕੇ ਪ੍ਰਾਪਤ ਹੋਵੇ, ਤਦ ਜੀਵ ਰੂਪ ਕਾਮਣ ਇਸਤਰੀ ਕੰਤੈ ਪਤੀ ਪਰਮਾਤਮਾ ਦੇ ਮਨ ਚਿੱਤ ਵਿੱਚ ਪਾਉਂਦੀ ਹੈ। ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾਰ, ਸਦ ਹੀ ਸੇਜੈ ਰਵੈ ਪਤਾਰ। ਸਤਿਗੁਰੂ ਸਾਹਿਬ ਜੀ ਕਹਿਤ ਕੀਏ ਕਥਨ ਕਰਦੇ ਹਨ ਕਿ ਜੇਕਰ ਪਰਮੇਸ਼ਰ ਰੂਪੀ ਪਤੀ ਦੇ ਡਰ ਅਤੇ ਭਾਵ ਪ੍ਰੇਮ ਦਾ ਸੀਗਾਰ ਸ਼ਿੰਗਾਰ ਕਰੇ ਤਾਂ ਸਾਖੀ ਚੇਤਨ ਰੂਪੀ ਪਤਾਰ ਪਤੀ ਹਮੇਸ਼ਾ ਹੀ ਅੰਤਸ਼ਕਰਨ ਰੂਪੀ ਸੇਜਾ ਤੇ ਰਵੈ ਰਮਣਾ ਕਰਦਾ ਹੈ। ਭਾਵ ਸਾਖਿਆਤਕਾਰ ਹੁੰਦਾ ਹੈ। ਆਸਾ ਮਹੱਲਾ ਪਹਿਲਾ। ਨਾ ਕਿਸਕਾ ਪੂਤ ਨਾ ਕਿਸਕੀ ਮਾਈ, ਝੂਠੈ ਮੋਹ ਭਰਮ ਭੁਲਾਈ। ਸਤਿਗੁਰੂ ਜੀ ਵਿਰਾਗਮਈ ਸ਼ਬਦ ਉਚਾਰਨ ਕਰਦੇ ਹੋਏ ਫਰਮਾਉਂਦੇ ਹਨ ਕਿ ਹੇ ਭਾਈ, ਵਾਸਤਵ ਵਿੱਚ ਤਾਂ ਨਾ ਹੀ ਕਿਸੇ ਦਾ ਕੋਈ ਪੁੱਤਰ ਹੈ, ਨਾ ਹੀ ਕਿਸੇ ਦੀ ਕੋਈ ਮਾਈ ਮਾਂ ਹੈ। ਐਵੇਂ ਸੰਸਾਰ ਦੇ ਵਿਅਰਥੀ ਝੂਠੇ ਮਿਥਿਆ ਮੋਹ ਕਰਕੇ ਸਾਰੀ ਸ੍ਰਿਸ਼ਟੀ ਭਰਮ ਭੁਲੇਖੇ ਵਿੱਚ ਭੁੱਲੀ ਹੋਈ ਫਿਰਦੀ ਹੈ। ਅਰਥਾਤ ਕੋਈ ਵੀ ਕਿਸੇ ਦਾ ਪੁੱਤਰ ਜਾਂ ਮਾਂ ਨਹੀਂ ਹੈ। ਸਾਰੀ ਸ੍ਰਿਸ਼ਟੀ ਭਰਮ ਦੀ ਭੁਲਾਈ ਹੋਈ ਝੂਠੇ ਮੋਹ ਵਿੱਚ ਲੱਗੀ ਫਿਰਦੀ ਆ। ਮੇਰੇ ਸਾਹਿਬ ਹਉ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ। ਹੇ ਮੇਰੇ ਸਾਡੇ ਸਾਹਿਬ ਮਾਲਕ ਅਕਾਲ ਪੁਰਖ ਜੀ, ਹਉ ਕਹੀਏ ਮੈਂ ਤੇਰਾ ਤੁਹਾਡਾ ਹੀ ਪੈਦਾ ਕੀਤਾ ਹੋਇਆ ਹਾਂ। ਜਦੋਂ ਤੁਸੀਂ ਅੰਮ੍ਰਿਤ ਨਾਮ ਦੀ ਦਾਤ ਦੇਵੋਗੇ ਤਦੋਂ ਹੀ ਤੇਰਾ ਤੁਹਾਡਾ ਨਾਮ ਜਪਿਆ ਜਾਵੇਗਾ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਬਹੁਤੇ ਔਗਣ ਕੂਕੈ ਕੋਈ, ਜਾ ਤਿਸ ਭਾਵੈ ਬਖਸ਼ੇ ਸੋਈ।
ਜੇਕਰ ਬਹੁਤੇ ਅਤਿਅੰਤ ਔਗਣ ਗੁਨਾਹਾਂ ਵਾਲਾ ਕੋਈ ਪੁਰਸ਼ ਪਰਮੇਸ਼ਰ ਅੱਗੇ ਕੂਕੈ ਪੁਕਾਰ ਫਰਿਆਦ ਕਰੇ, ਜਾਂ ਜਦੋਂ ਉਸ ਪੁਰਸ਼ ਪਰਮੇਸ਼ਰ ਨੂੰ ਭਾ ਜਾਵੇ ਤਾਂ ਫਰਿਆਦੀ ਨੂੰ ਬਖਸ਼ ਲੈਂਦਾ ਹੈ। ਗੁਰ ਪ੍ਰਸਾਦੀ ਦੁਰਮਤ ਖੋਈ, ਜਹ ਦੇਖਾਂ ਤਹ ਏਕੋ ਸੋਈ। ਪਾਤਸ਼ਾਹ ਫਰਮਾਉਂਦੇ, ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਅਸੀਂ ਦੁਰਮਤ ਖੋਟੀ ਮਤ ਖੋਈ ਗਵਾ ਲਈ ਹੈ। ਹੁਣ ਜਿੱਥੇ ਵੀ ਵੇਖਦੇ ਹਾਂ ਉੱਥੇ ਉਹ ਇੱਕੋ ਅਦਵੈਤ ਸਰੂਪ ਵਿਆਪਕ ਬ੍ਰਹਮ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਕਹਿਤ ਨਾਨਕ ਐਸੀ ਮਤ ਆਵੈ, ਤਾਂ ਕੋ ਸੱਚੇ ਸੱਚ ਸਮਾਵੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਅਜਿਹੀ ਮਤ ਸਿੱਖਿਆ ਆ ਕੇ ਪ੍ਰਾਪਤ ਹੋ ਜਾਵੇ ਤਦ ਹੀ ਕੋਈ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੱਚੇ ਪ੍ਰਮਾਤਮਾ ਵਿੱਚ ਸਮਾ ਅਭੇਦ ਹੋਵੇਗਾ। ਆਸਾ ਮਹੱਲਾ ਪਹਿਲਾ ਦੁਪਦੇ। ਇਹ ਪਾਵਨ ਸ਼ਬਦ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੀਮ ਖਾਰ ਤੀਰਥ ਦੱਖਣ ਵਿੱਚ ਗਏ ਸਨ, ਉਸ ਵੇਲੇ ਉੱਥੇ ਸਿੱਧਾਂ ਨਾਲ ਮੁਲਾਕਾਤ ਹੋਈ। ਉੱਥੇ ਸਿੱਧਾਂ ਨੇ ਸਤਿਗੁਰਾਂ ਕੋਲ ਪ੍ਰਸ਼ਨ ਕੀਤਾ ਕਿ ਹੇ ਤਪਾ ਜੀ, ਸੰਸਾਰ ਵਿੱਚ ਕਿਸ ਦਾ ਨਿਵਾਸ ਹੈ ਅਤੇ ਇਸ ਦੀ ਰਚਨਾ ਕਿਸ ਪ੍ਰਕਾਰ ਦੀ ਕੀਤੀ ਹੋਈ ਹੈ। ਤਾਂ ਉਹਨਾਂ ਦੇ ਉੱਤਰ ਦਿੰਦੇ ਹੋਏ ਆਸਾ ਰਾਗ ਵਿੱਚ ਦੁਪਦੇ ਤੋਂ ਭਾਵ ਦੋ ਦੋ ਪਦਿਆਂ ਵਾਲੇ ਸ਼ਬਦ ਉਚਾਰਦੇ ਹਨ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਹੇ ਸਿੱਧੋ, ਤਿਸ ਸੰਸਾਰ ਰੂਪੀ ਸਰਵਰੜੈ ਸਰੋਵਰ ਵਿੱਚ ਉਸ ਪਰਮੇਸ਼ਰ ਦਾ ਹੀ ਵਸਣਾ ਹੋਇਆ ਹੈ। ਉਸੇ ਪਰਮੇਸ਼ਰ ਨੇ ਹੀ ਪਾਣੀ, ਜਲ, ਪਾਵਕ, ਅਗਨੀ ਆਦਿਕ ਵਿਰੋਧੀ ਤੱਤਾਂ ਤੋਂ ਇਸ ਸੰਸਾਰ ਦੀ ਰਚਨਾ ਨੂੰ ਬਣਾਉਣਾ ਕੀਤਾ ਹੈ। ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਜਿਹੜਾ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਦੇ ਮੋਹ ਰੂਪੀ ਪੰਖ ਹੁੰਦਾ ਚਿੱਕੜ ਜੋ ਨਾਮ ਪੈਦਾ ਹੋਇਆ ਹੈ, ਉਹਨਾਂ ਜੀਵਾਂ ਦਾ ਮਨ ਰੂਪੀ ਪੱਗ ਪੈਰ ਉਸ ਵਿੱਚ ਖੁੱਭਿਆ ਰਹਿੰਦਾ ਹੈ, ਪਰਮਾਰਥ ਦੇ ਰਸਤੇ ਉੱਪਰ ਨਹੀਂ ਚੱਲਦਾ। ਅਸੀਂ ਉਹਨਾਂ ਨੂੰ ਉੱਥੇ ਡੂਬੀਅਲੇ ਡੁੱਬਦੇ ਹੋਇਆਂ ਨੂੰ ਵੇਖਿਆ ਹੈ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਜੋ ਮਨ ਸ਼੍ਰੋਮਣੀ ਅਦਵੈਤ ਸਰੂਪ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਉਹ ਮੂੜ ਮੂਰਖ ਬੇਸਮਝ ਮਨ ਵਾਲੇ ਆ। ਹੇ ਮੂੜ ਮੂਰਖ ਮਨਾ, ਤੂੰ ਉਸ ਮਨ ਸ਼੍ਰੋਮਣੀ ਅਤੇ ਇੱਕ ਵਿਆਪਕ ਪ੍ਰਭੂ ਨੂੰ ਚੇਤੇ ਨਹੀਂ ਕਰਦਾ। ਉਸ ਹਰੀ ਪਰਮੇਸ਼ਰ ਦੇ ਭੁੱਲਣ ਨਾਲ ਤੇਰੇ ਸਾਰੇ ਸ਼ੁਭ ਗੁਣ ਗਲਿਆ ਗਲ ਸੜ ਜਾਣਗੇ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ। ਉਹ ਗੁਰਮੁਖ ਜਨ ਆਪਣਾ ਸੁਭਾਅ ਇਹੋ ਜਿਹਾ ਰੱਖਦੇ ਆ, ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਦੇ। ਜੇਕਰ ਉਹਨਾਂ ਨੂੰ ਕੋਈ ਕਹੇ ਕਿ ਆਪ ਤਾਂ ਬੜੇ ਗੁਰਮੁਖ ਪਿਆਰੇ ਹੋ, ਤਾਂ ਕਹਿੰਦੇ ਹਨ ਕਿ ਹੇ ਭਾਈ, ਨਾ ਤਾਂ ਮੈਂ ਜਤੀ ਜਤਧਾਰੀ ਹਾਂ, ਪਰ ਜਤ ਐਸਾ ਹੁੰਦਾ ਹੈ ਕਿ ਪਰਾਈਆਂ ਇਸਤਰੀਆਂ ਨੂੰ ਮਾਵਾਂ ਭੈਣਾਂ ਧੀਆਂ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ। ਨਾ ਹੀ ਮੈਂ ਸਤੀ ਸਤ ਪਰਤੱਗੀ ਹਾਂ, ਪਰ ਕਦਾ ਚਿੱਤ ਵੀ ਝੂਠ ਨਹੀਂ ਬੋਲਦੇ। ਅਤੇ ਨਾ ਹੀ ਮੈਂ ਕੁਝ ਪੜ੍ਹਿਆ ਪੜ੍ਹਾਈ ਕੀਤੀ ਹੈ, ਪਰੰਤੂ ਤਿੰਨਾਂ ਲੋਕਾਂ ਦੀ ਗਿਆਤ ਹੁੰਦੀ ਉਹਨਾਂ ਨੂੰ, ਪਰ ਉਹ ਨਿਮਰਤਾ 'ਚ ਰਹਿੰਦੇ ਆ। ਐਸੇ ਪਿਆਰ ਵਾਲੇ ਬਚਨ ਬੋਲਦੇ ਹਨ ਕਿ ਅਸੀਂ ਮੂਰਖ ਬੇਸਮਝ ਹਾਂ ਅਤੇ ਸਾਡਾ ਮੁਗਦਾ ਬੇਸਮਝੀ ਵਿੱਚ ਹੀ ਜਨਮ ਹੋਇਆ ਹੈ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀਸਰਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਇਸ ਪ੍ਰਕਾਰ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਕਦੇ ਵਿਸਰਿਆ ਭੁੱਲਦੇ ਨਹੀਂ ਹੋ, ਅਸੀਂ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਤਾਂ ਹੀ ਪ੍ਰਣਵਤ ਨਮਸਕਾਰ ਕਰਦੇ ਹਾਂ। ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਛੇ ਮਾਂ ਭਾਵ ਛੇ ਘਰ ਸ਼ਾਸਤਰ ਹਨ, ਛੇ ਹੀ ਇਹਨਾਂ ਦੇ ਕਰਤਾ ਗੁਰੂ ਹਨ, ਅਤੇ ਛੇ ਇਹਨਾਂ ਦੇ ਵੱਖੋ ਵੱਖਰੇ ਉਪਦੇਸ਼ ਹਨ। ਗੁਰ ਏਕੋ ਵੇਸ ਅਨੇਕ। ਇਹਨਾਂ ਦੇ ਛੇ ਸ਼ਾਸਤਰਾਂ ਦੇ ਗੁਰੂਆਂ ਦਾ
ਗੁਰ ਇੱਕ ਪਰਮੇਸ਼ਰ ਹੀ ਆ, ਕਿਉਂਕਿ ਉਸੇ ਤੋਂ ਹੀ ਸਾਰਿਆਂ ਦੀ ਪੈਦਾਇਸ਼ ਹੋਈ। ਵੇਸ ਲਿਬਾਸ ਰੂਪੀ ਉਪਦੇਸ਼ ਭਾਵੇਂ ਬੇਅੰਤ ਹਨ। 6 ਸ਼ਾਸਤਰਾਂ ਦੇ ਗੁਰੂਆਂ ਦਾ ਗੁਰੂ ਇੱਕੋ ਬਿਆਸ ਰਿਸ਼ੀ ਹੈ। ਇਹਨਾਂ ਦੇ ਵੇਸ ਰੂਪ ਭਾਵੇਂ ਅਨੇਕ ਹਨ। ਭਾਵ ਜਿਸ ਵੇਲੇ ਬ੍ਰਹਮਾ ਨੇ ਵੇਦਾਂ ਦਾ ਹੰਕਾਰ ਕੀਤਾ ਸੀ ਕਿ ਮੇਰੇ ਵਰਗਾ ਕੋਈ ਵੇਦਾਂ ਦੀ ਮਰਿਆਦਾ ਚਲਾਉਣ ਵਾਲਾ ਹੈ ਹੀ ਨਹੀਂ, ਤਾਂ ਉਸ ਵੇਲੇ ਆਕਾਸ਼ਬਾਣੀ ਹੋਈ ਤੇ ਕਿਹਾ ਕਿ ਹੇ ਬ੍ਰਹਮਾ, ਤੂੰ ਹੰਕਾਰ ਕੀਤਾ ਹੈ, ਜਾਂ ਸੰਸਾਰ ਵਿੱਚ 7 ਜਨਮ ਧਾਰਨ ਕਰ। ਫਿਰ ਬ੍ਰਹਮਾ ਦੇ 7 ਅਵਤਾਰ ਹੋਏ। ਜਦੋਂ ਬ੍ਰਹਮਾ ਨੇ ਬਿਆਸ ਦਾ ਅਵਤਾਰ ਧਾਰਨ ਕੀਤਾ ਤਾਂ ਉਸ ਵੇਲੇ ਵੇਦਾਂਤ ਗ੍ਰੰਥ ਰਚ ਕੇ ਹੰਕਾਰ ਕਰ ਬੈਠਾ। ਤਾਂ ਇੱਕ ਗੈਬੀ ਕਿਰਪਾਨ ਆਈ ਤੇ ਬਿਆਸ ਦੇ 6 ਟੁਕੜੇ ਕਰ ਦਿੱਤੇ। ਉਹਨਾਂ 6 ਟੁਕੜਿਆਂ ਤੋਂ 6 ਰਿਸ਼ੀ ਬਣੇ। ਫਿਰ ਇਹਨਾਂ 6 ਰਿਸ਼ੀਆਂ ਨੇ 6 ਸ਼ਾਸਤਰ ਰਚੇ। ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ, ਸੋ ਘਰ ਰਾਖ ਵਡਾਈ ਤੋਹੇ ਰਹਾਉ। ਜਿਸ ਘਰ ਸ਼ਾਸਤਰ ਵਿੱਚ ਕਰਤੇ ਕਹੀਏ ਕਰਤਾ ਪੁਰਖ ਦੀ ਕੀਰਤਨੀ ਭਗਤੀ ਕੀਰਤੀ ਹੁੰਦੀ ਆ, ਭਗਤੀ ਹੁੰਦੀ ਆ। ਭਾਵ ਵੇਦਾਂਤ ਸ਼ਾਸਤਰ ਵਿੱਚ ਕਰਤੇ ਦੀ ਵਡਿਆਈ ਹੈ। ਸਤ ਸੰਗਤ ਰੂਪੀ ਘਰ ਵਿੱਚ ਉਸ ਪਰਮੇਸ਼ਰ ਦੀ ਵਡਿਆਈ ਹੋ ਰਹੀ ਆ। ਉਸ ਸ਼ਾਸਤਰ ਰੂਪੀ ਜਾਂ ਸਤ ਸੰਗਤ ਰੂਪੀ ਘਰ ਵਿੱਚ ਆਪਣੇ ਆਪ ਨੂੰ ਰੱਖਣਾ ਕਰ। ਇਸ ਵਿੱਚ ਤੇਰੀ ਵਡਾਈ ਕਹੀਏ ਮਹਿਮਾ ਹੈ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਕਿਰਪਾ ਕਰਦੇ ਹਨ। ਵਿਸੋਏ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੁ ਭਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਜਿਸ ਪ੍ਰਕਾਰ 15 ਵਾਰ ਅੱਖ ਫਰਕਣ 'ਤੇ, ਭਾਵ 15 ਵਾਰ ਅੱਖ ਫਰਕੀਏ ਇੱਕ ਵਿਸਵਾ ਹੁੰਦਾ, 15 ਵਿਸ਼ਿਆਂ ਦਾ ਇੱਕ ਚਸਾ ਹੁੰਦਾ, 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ ਹੁੰਦੀ, 7.5 ਘੜੀਆਂ ਦਾ ਇੱਕ ਪਹਿਰ ਹੁੰਦਾ, 8 ਪਹਿਰਾਂ ਦੀ ਇੱਕ ਥਿੱਤ ਭਾਵ ਵਾਰ, ਤੇ ਭਾਵ 7 ਦਿਨ ਦਾ ਇੱਕ ਹਫ਼ਤਾ ਹੁੰਦਾ, 30 ਦਿਨਾਂ ਦਾ ਇੱਕ ਮਾਹ ਮਹੀਨਾ ਹੈ, ਅਤੇ 12 ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। ਫਿਰ 2-2 ਮਹੀਨਿਆਂ ਦੀਆਂ ਅਨੇਕ ਬੇਅੰਤ ਰੁੱਤਾਂ ਬਣਦੀਆਂ, ਜਿਵੇਂ ਪਹਿਲੀ ਬਸੰਤ ਰੁੱਤ ਚੇਤ ਵਿਸਾਖ, ਇਹ 2 ਮਹੀਨਿਆਂ 'ਚ ਆਉਂਦੀ। ਦੂਜੀ ਹੈ ਗਰੀਖਮ ਰੁੱਤ, ਇਹ ਜੇਠ ਹਾੜ ਇਹਨਾਂ 2 ਮਹੀਨਿਆਂ 'ਚ ਆਉਂਦੀ। ਤੀਜੀ ਹੈ ਬਰਸਾਤ ਰੁੱਤ, ਪਾਵਸ ਜਿਹਨੂੰ ਕਹਿੰਦੇ ਰੁੱਤ, ਇਹ ਸਾਉਣ ਭਾਦੋਂ 'ਚ ਆਉਂਦੀ। 2-2 ਮਹੀਨਿਆਂ ਦੀ ਇੱਕ ਰੁੱਤ ਆ, 6 ਰੁੱਤਾਂ ਹਨ, ਸੋ 12 ਮਹੀਨੇ। ਚੌਥੀ ਰੁੱਤ ਹੈ ਸਰਦ ਰੁੱਤ, ਇਹ ਅੱਸੂ ਕੱਤਕ ਵਿੱਚ ਆਉਂਦੀ। ਪੰਜਵੀਂ ਹੈ ਸਿਸੀਅਰ ਰੁੱਤ, ਇਹ ਮੱਘਰ ਪੋਹ। 6ਵੀਂ ਹੈ ਹਿਮਕਰ ਰੁੱਤ, ਹਿਮਕਰ ਬਰਫ਼ ਨੂੰ ਕਹਿੰਦੇ ਆ, ਬਹੁਤ ਜ਼ਿਆਦਾ ਠੰਡ ਹੋਣੀ, ਇਹ ਮਾਘ ਫੱਗਣ ਵਿੱਚ ਆਉਂਦੀ। ਇਹਨਾਂ ਸਾਰੀਆਂ ਰੁੱਤਾਂ ਵਿੱਚ ਸੂਰਜ ਏਕੋ, ਮਾਰੇ ਕਹਿੰਦੇ ਸੂਰਜ ਇੱਕੋ ਹੀ ਆ। ਸਤਿਗੁਰੂ ਜੀ ਉਚਾਰਦੇ ਹਨ, ਇਸ ਪ੍ਰਕਾਰ ਕਰਤੇ ਅਕਾਲ ਪੁਰਖ ਦੇ ਕਿਤਨੇ ਹੀ ਲਿਬਾਸ ਧਾਰੇ ਹੋਏ ਹਨ। ਸੋ ਮਹਾਰਾਜ ਫਰਮਾਉਂਦੇ ਅੱਗੇ ਕਿ ਇਸੇ ਪ੍ਰਕਾਰ ਵਿਸਵੇ ਦੀ ਨਿਆਈ ਵਿਸਵਨਾਮਾ ਜੀਵ ਜੋ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਚਸੇ ਦੀ ਨਿਆਈ ਤੇਜਸਵਨਾਮਾ ਜੀਵ ਜੋ ਸੁਪਨ ਅਵਸਥਾ ਦਾ ਅਭਿਮਾਨੀ ਹੈ, ਘੜੀ ਦੀ ਨਿਆਈ ਪ੍ਰਾਗਯ ਨਾਮੇ ਜੀਵ ਜੋ ਸੁਖੋਪਤ ਅਵਸਥਾ ਦਾ ਅਭਿਮਾਨੀ ਹੈ, ਪਹਿਰ ਦੀ ਨਿਆਈ ਵਿਰਾਟ ਜੋ ਸਾਰਿਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਥਿੱਤ ਦੀ ਨਿਆਈ ਅਭਿਆਕ੍ਰਿਤ ਜੋ ਸਾਰਿਆਂ ਦੀ ਸੁਪਨ ਅਵਸਥਾ ਦਾ ਅਭਿਮਾਨੀ ਹੈ, ਵਾਰ ਦੀ ਨਿਆਈ ਹਿਰਨ ਗਰਭ ਜੋ ਸਾਰਿਆਂ ਦੀ ਸੁਖੋਪਤ ਅਵਸਥਾ ਦਾ ਅਭਿਮਾਨੀ ਹੈ, ਅਤੇ 12 ਮਹੀਨਿਆਂ ਦੀ ਨਿਆਈ ਜੋਗੀਆਂ ਦੇ 12 ਪੰਥ ਸਮਝਣਾ ਕਰੋ, ਜਾਂ 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਅਤੇ ਬੁੱਧ ਨੂੰ 12 ਮਹੀਨੇ ਸਮਝਣਾ ਕਰੋ। ਇਸ ਪ੍ਰਕਾਰ ਸਾਰਾ ਸੰਸਾਰ ਪੈਦਾ ਹੋ ਰਿਹਾ। ਇਹਨਾਂ ਸਾਰਿਆਂ ਅੰਦਰ ਸੂਰਜ ਦੀ ਨਿਆਈ ਬ੍ਰਹਮ ਇੱਕੋ ਹੀ ਆ। ਰੁੱਤਾਂ ਦੀ ਨਿਆਈ ਹਿਰਨ ਗਰਭ ਤੇਜਸਵ ਵਿਰਾਟ ਆਦਿ ਭਾਵੇਂ ਅਨੇਕਾਂ ਵਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਸਾਰਿਆਂ ਨੂੰ ਰਚਣ ਵਾਲੇ ਅਕਾਲ ਪੁਰਖ ਦੇ ਕਿਤਨੇ ਹੀ ਵੇਸ ਰੂਪ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਤੀਜਾ ਮਹੱਲਾ ਪਹਿਲਾ। ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਦਿੱਲੀ ਵਿਖੇ ਮਜਨੂ ਟਿੱਲੇ ਵਾਲੇ ਅਸਥਾਨ 'ਤੇ ਗਏ ਸਨ, ਉੱਥੇ ਬਾਦਸ਼ਾਹ ਸਿਕੰਦਰ ਲੋਧੀ ਦਾ ਅਚਾਨਕ ਹਾਥੀ ਮਰ ਗਿਆ। ਮਹਾਵਤ ਅਤੇ ਉਸ ਦਾ ਪਰਿਵਾਰ ਰੋ ਰਿਹਾ ਸੀ। ਉਸ ਦੇ ਰੋਣ ਦੀ ਆਵਾਜ਼ ਸਤਿਗੁਰਾਂ ਦੇ ਕੰਨੀ ਪਈ ਤਾਂ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪਤਾ ਕਰਨ ਲਈ ਭੇਜਿਆ
ਤਾਂ ਭਾਈ ਮਰਦਾਨਾ ਜੀ ਨੇ ਵਾਪਸ ਆ ਕੇ ਦੱਸਿਆ ਕਿ ਪਾਤਸ਼ਾਹ ਹੀ ਹਾਥੀ ਮਰ ਗਿਆ, ਮਹਾਰਾਜ ਰਾਜੇ ਦਾ ਹਾਥੀ ਮਰ ਗਿਆ। ਉਸ ਕਾਰਨ ਮਹਾਵਤ ਤੇ ਉਸਦੇ ਪਰਿਵਾਰ ਦੀ ਰੋਣ ਦੀ ਆਵਾਜ਼ ਆ ਰਹੀ। ਸਤਿਗੁਰਾਂ ਨੇ ਉਹਨਾਂ ਦੇ ਪਾਸ ਜਾ ਕੇ ਪੁੱਛਿਆ ਕਿ ਹਾਥੀ ਪਾਤਸ਼ਾਹ ਦਾ ਸੀ, ਤੁਸੀਂ ਕਿਉਂ ਰੋਂਦੇ ਹੋ? ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਦੋ ਕਾਰਨ ਹਨ। ਇੱਕ ਤਾਂ ਹਥਵਾਨ ਦੀ ਨੌਕਰੀ ਸੌਖੀ ਪ੍ਰਾਪਤ ਨਹੀਂ ਹੁੰਦੀ ਜਿਹੜਾ ਹਾਥੀ ਚਲਾਉਂਦਾ। ਮੈਂ ਅੱਜ ਬੇਰੁਜ਼ਗਾਰ ਹੋ ਗਿਆ, ਮੇਰਾ ਗੁਜ਼ਾਰਾ ਹਾਥੀ ਦੇ ਨਾਲ ਸੀ। ਦੂਸਰਾ, ਬਾਦਸ਼ਾਹ ਇਹੋ ਜਿਹੇ ਕਰੂਰ ਸੁਭਾਅ ਦਾ ਮੇਰੇ ਤੇ ਦੋਸ਼ ਲਗਾ ਕੇ ਮੈਨੂੰ ਜੇਲ੍ਹ ਵਿੱਚ ਸੁੱਟੇਗਾ ਕਿ ਹਾਥੀ ਤੇਰੀ ਵਜ੍ਹਾ ਨਾਲ ਮਰਿਆ ਹੈ। ਇਸ ਕਾਰਨ ਅਸੀਂ ਰੋ ਰਹੇ। ਭਾਈ ਮਰਦਾਨੇ ਨੂੰ ਇਹਨਾਂ ਤੇ ਦਇਆ ਆਈ ਤੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਦਾ ਹਾਥੀ ਜਿਉਂਦਾ ਕਰਕੇ ਦੁੱਖ ਦੀ ਨਿਵਰਤੀ ਕਰੋ। ਤਾਂ ਸਤਿਗੁਰਾਂ ਨੇ ਜਲ ਦਾ ਛਿੱਟਾ ਦੇ ਕੇ ਤੇ ਸਤਿਨਾਮ ਕਹਿ ਕੇ ਹਾਥੀ ਜਿਉਂਦਾ ਕਰ ਦਿੱਤਾ। ਹਾਥੀ ਉੱਠ ਖੜੋਤਾ। ਹਾਥੀ ਦੇ ਮਰਨ ਦੀ ਖਬਰ ਬਾਦਸ਼ਾਹ ਤੱਕ ਪਹੁੰਚ ਚੁੱਕੀ ਸੀ, ਪਰ ਨਾਲ ਹੀ ਜਿਉਂਦੇ ਹੋਣ ਦੀ ਖਬਰ ਵੀ ਪਹੁੰਚ ਗਈ ਤੇ ਬਾਦਸ਼ਾਹ ਨੇ ਸੁਨੇਹਾ ਭੇਜਿਆ ਕਿ ਜਿਸ ਫਕੀਰ ਨੇ ਹਾਥੀ ਜਿਉਂਦਾ ਕੀਤਾ ਉਸ ਨੂੰ ਮੇਰੇ ਕੋਲ ਲੈ ਕੇ ਆਓ। ਤਾਂ ਜਦੋਂ ਬਾਦਸ਼ਾਹ ਦੇ ਸਿਪਾਹੀ ਨੇ ਗੁਰੂ ਜੀ ਨੂੰ ਆ ਕੇ ਕਿਹਾ ਤੁਹਾਨੂੰ ਬਾਦਸ਼ਾਹ ਨੇ ਬੁਲਾਇਆ ਹੈ, ਤਾਂ ਸਤਿਗੁਰਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਲੋੜ ਵਾਲਾ ਚੱਲ ਕੇ ਆਇਆ ਕਰਦਾ ਹੈ, ਮੈਨੂੰ ਬਾਦਸ਼ਾਹ ਪਾਸ ਜਾਣ ਦੀ ਕੋਈ ਲੋੜ ਨਹੀਂ। ਜੇਕਰ ਬਾਦਸ਼ਾਹ ਨੂੰ ਲੋੜ ਹੈ ਤਾਂ ਖੁਦ ਚੱਲ ਕੇ ਆਵੇ। ਇਹ ਸੁਨੇਹਾ ਸੁਣ ਕੇ ਬਾਦਸ਼ਾਹ ਆਪਣੇ ਪੀਰ ਨਜਾਵਤ ਖਾਂ ਅਤੇ ਸ਼ਾਹੀ ਕਾਜੀ ਤੇ ਫੌਜਾਂ ਸਮੇਤ ਉੱਥੇ ਪਹੁੰਚਿਆ। ਬਹੁਤ ਸਾਰੇ ਲੋਕ ਵੀ ਇਕੱਠੇ ਹੋ ਗਏ। ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮੇਰੇ ਸਾਹਮਣੇ ਇਸ ਹਾਥੀ ਨੂੰ ਹੁਣ ਮਾਰ ਕੇ ਵਿਖਾਓ। ਸਤਿਗੁਰਾਂ ਨੇ ਕਿਹਾ ਕਿ ਬਾਦਸ਼ਾਹ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ, ਜੇਕਰ ਕਰਤਾਰ ਦਾ ਹੁਕਮ ਹੀ ਜਿਹਾ ਹੈ ਤਾਂ ਫੇਰ ਮਰ ਜਾਵੇਗਾ। ਉਸੇ ਸ਼ੈਨੀ ਹਾਥੀ ਮਰ ਗਿਆ। ਮਹਾਰਾਜ ਨੇ ਜਿਉਂਦਾ ਕੀਤਾ ਸੀ ਨਾ, ਤੇ ਮਹਾਰਾਜ ਦੇ ਮੁਖ ਤੋਂ ਪਾਵਨ ਵਾਕ ਨਿਕਲੇ ਨਾ ਕਿ ਜੇ ਮਹਾਰਾਜ ਨੂੰ ਭਾਉਂਦਾ ਉਹ ਫਿਰ ਮਰ ਜੂਗਾ। ਉਸੇ ਵੇਲੇ ਫਿਰ ਮਰ ਗਿਆ। ਬਾਦਸ਼ਾਹ ਕਹਿਣ ਲੱਗਾ ਕਿ ਇਸ ਨੂੰ ਫਿਰ ਜਿਉਂਦਾ ਕਰੋ। ਸਤਿਗੁਰਾਂ ਨੇ ਕਿਹਾ ਕਿ ਹੁਣ ਜਿਉਂਦਾ ਨਹੀਂ ਹੋਵੇਗਾ। ਬਾਦਸ਼ਾਹ ਕਹਿਣ ਲੱਗਾ ਕਿ ਪਹਿਲਾਂ ਕਿਵੇਂ ਜਿਉਂਦਾ ਕੀਤਾ ਸੀ? ਗੁਰੂ ਜੀ ਨੇ ਕਿਹਾ ਕਿ ਪਹਿਲਾਂ ਇਹ ਖੁਦਾ ਦਾ ਮਾਰਿਆ ਹੋਇਆ ਸੀ ਤੇ ਖੁਦਾ ਦੇ ਬੰਦੇ ਦੀ ਦੁਆ ਨਾਲ ਜਿਉਂਦਾ ਹੋ ਗਿਆ ਸੀ। ਹੁਣ ਖੁਦਾ ਦੇ ਬੰਦੇ ਨੇ ਮਾਰਿਆ ਹੈ, ਇਸ ਕਰਕੇ ਖੁਦਾ ਇਸ ਨੂੰ ਜਿਉਂਦਾ ਨਹੀਂ ਕਰੇਗਾ, ਕਿਉਂਕਿ ਖੁਦਾ ਆਪਣੇ ਬੰਦਿਆਂ ਦੇ ਬਚਨਾਂ ਦੀ ਲਾਜ ਰੱਖਦਾ ਹੈ, ਆਪਣੇ ਮਹਾਂਪੁਰਖਾਂ ਦੀ ਲਾਜ ਰੱਖਦਾ ਹੈ। ਬਾਦਸ਼ਾਹ ਗੁਰੂ ਜੀ ਦੀ ਬੇਮੁਹਤਾਜੀ ਅਤੇ ਕਰਾਮਾਤੀ ਬਰਕਤ ਤੋਂ ਪ੍ਰਭਾਵਿਤ ਹੋਇਆ ਤੇ ਅੱਗੇ ਵਾਸਤੇ ਜੁਰਮ ਬੰਦ ਕਰਨ ਦਾ ਪ੍ਰਣ ਕੀਤਾ। ਨਹੀਂ ਤਾਂ ਪਹਿਲਾਂ ਸ਼ੰਖ ਵਜਾਉਣ ਵਾਲੇ ਦੇ ਮੂੰਹ ਵਿੱਚ ਗਊ ਦਾ ਹੱਡ ਦੇ ਦਿੰਦਾ ਸੀ ਤੇ ਕਬੀਰ ਸਾਹਿਬ ਵਰਗੇ ਭਗਤ ਜਨਾਂ ਨੂੰ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਿਆ ਸੀ। ਸਤਿਗੁਰਾਂ ਨੇ ਇਸ ਕੋਲੋਂ ਅੱਗੋਂ ਵਾਸਤੋਂ ਜ਼ੁਲਮ ਨਾ ਕਰਨ ਦਾ ਪ੍ਰਣ ਕਰਾਇਆ ਅਤੇ ਇਸ ਨੂੰ ਉਪਦੇਸ਼ ਦੇਣ ਲਈ ਵੈਰਾਗਮਈ ਸ਼ਬਦ ਉਚਾਰਨ ਕੀਤਾ ਤੇ ਨਾਮ ਦੀ ਮਹਿਮਾ ਵਰਣਨ ਕੀਤੀ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਆਸਾ ਰਾਗ ਦੇ ਤੀਜੇ ਘਰ ਸੁਰ ਤਾਲ ਵਿੱਚ ਪਹਿਲੇ ਪਾਤਸ਼ਾਹ ਜੀ ਵਿਰਾਗਮਈ ਸ਼ਬਦ ਉਚਾਰਦੇ ਹਨ। ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰਹਿ ਸਲਾਮ। ਹੇ ਰਾਜਨ, ਜੇਕਰ ਲੱਖਾਂ ਹੀ ਲਸ਼ਕਰ ਫੌਜਾਂ ਦੇ ਮਾਲਕ ਬਣ ਜਾਈਏ, ਲੱਖਾਂ ਹੀ ਵਾਜੇ ਵੱਜਣ ਲੱਗ ਜਾਣ, ਲੱਖਾਂ ਹੀ ਨੇਜਿਆਂ ਵਾਲੇ ਸੂਰਮੇ ਦੁਆਰ 'ਤੇ ਖੜ੍ਹੇ ਹੋਣ, ਲੱਖਾਂ ਹੀ ਮਨੁੱਖ ਖੜੋ ਕਰਕੇ ਸਲਾਮ ਨਮਸਕਾਰਾਂ ਕਰਨ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੈ ਮਾਨ। ਹੇ ਰਾਜਨ, ਜੇਕਰ ਤੇਰੀ ਲੱਖਾਂ ਪ੍ਰਾਣੀਆਂ ਉੱਤੇ ਫਰਮਾਇਸ਼ ਆਗਿਆ ਹਕੂਮਤ ਚੱਲ ਰਹੀ ਆ ਅਤੇ ਲੱਖਾਂ ਹੀ ਵੱਡੇ ਵੱਡੇ ਮਨੁੱਖ ਖੜ੍ਹੇ ਹੋ ਕੇ ਤੇਰਾ ਮਾਣ ਸਤਿਕਾਰ ਰੱਖਦੇ ਹੋਣ, ਪਰੰਤੂ ਜਾਂ ਪਤ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ। ਹੇ ਰਾਜਨ, ਜੇਕਰ ਪਰਮੇਸ਼ਰ ਦੇ ਦਰ ਉੱਤੇ ਤੇਰੀ ਪਤ ਇੱਜ਼ਤ ਪ੍ਰਵਾਨਗੀ ਵਿੱਚ ਨਹੀਂ ਨਾ ਪਈ ਤਾਂ ਤੇਰੇ ਵਿੱਚ ਸਾਰੇ ਕੰਮ ਕਾਜ ਜਿਹੜੇ ਅਸਫਲ ਆ, ਕਿਸੇ ਕੰਮ ਨਹੀਂ। ਹਰਿ ਕੇ ਨਾਮ ਬਿਨਾ ਜਗ ਧੰਦਾ। ਹਰੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰਾ ਸੰਸਾਰ ਹੀ ਧੰਦਿਆਂ ਵਿੱਚ ਹੀ ਫਸਿਆ ਹੋਇਆ ਤੇ ਸਾਰਾ ਸੰਸਾਰ ਧਾ ਜਾਣ ਵਾਲਾ, ਦੌੜ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ। ਸਭ ਦੌੜ ਜਾਣਗੇ, ਕੋਈ ਅੱਜ ਦੌੜ ਗਿਆ, ਕੋਈ ਕੱਲ੍ਹ ਦੌੜ ਗਿਆ, ਕੋਈ ਸਮਾਂ ਪਾ ਕੇ ਦੌੜ ਗਿਆ, ਭਾਵ ਕੋਈ ਬਚਨਾਂ ਤੋਂ ਦੌੜ ਗਿਆ, ਕੋਈ ਕਿੱਥੋਂ ਦੌੜ ਗਿਆ, ਕੋਈ ਵੈਸੇ ਸਰੀਰ ਕਰਕੇ ਭੱਜ ਗਿਆ। ਮਹਾਰਾਜ ਕਹਿੰਦੇ ਸਾਰੇ ਹੀ ਦੌੜ ਜਾਣਗੇ। ਜੇ ਬਹੁਤਾ ਸਮਝਾਈਐ ਭੋਲਾ, ਜੇ ਬਹੁਤਾ ਸਮਝਾਈਐ ਭੋਲਾ,
ਭੀ ਸੋ ਅੰਧੋ ਅੰਧਾ ਰਹਾਉ। ਜੇਕਰ ਭੋਲਾ ਮੂਰਖ ਜੀਵਾਂ ਨੂੰ ਬਹੁਤਾ ਜ਼ਿਆਦਾ ਸਮਝਾਉਣਾ ਕਰੀਏ ਵੀ ਤਾਂ ਵੀ ਬਹੁੜੋ ਉਹ ਪੁਰਸ਼ ਅੰਧੋ ਅਗਿਆਨੀ ਹੋਣ ਕਰਕੇ ਅੰਧਤਾਈ ਵਾਲੇ ਹੀ ਕੰਮ ਕਰਦੇ ਆ, ਕਿਉਂਕਿ ਉਹ ਸਿੱਧੇ ਬੰਨੇ ਨਹੀਂ ਲੱਗਦੇ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ। ਲੱਖ ਖਟੀਐ ਲੱਖ ਸੰਜੀਐ ਖਾਜੈ, ਲੱਖ ਆਵੈ ਲੱਖ ਜਾਹੇ। ਲੱਖਾਂ ਹੀ ਰੁਪਈਆਂ ਦੀ ਖੱਟੀ ਖੱਟ ਲਈਏ, ਲੱਖਾਂ ਹੀ ਖਜ਼ਾਨੇ ਸੰਜੀਐ ਇਕੱਤਰ ਕਰ ਲਈਏ, ਭਰ ਲਈਏ, ਲੱਖਾਂ ਹੀ ਪਦਾਰਥਾਂ ਨੂੰ ਖਾਣਾ ਕਰੀਏ, ਲੱਖਾਂ ਦੀ ਹੀ ਆਮਦਨ ਆਵੇ ਅਤੇ ਲੱਖਾਂ ਹੀ ਪਦਾਰਥ ਹੋਰਨਾਂ ਨੂੰ ਦਿੱਤੇ ਜਾਣ, ਭਾਵ ਇਤਨਾ ਮਾਇਆ ਦਾ ਵਿਹਾਰ ਚੱਲ ਪਵੇ, ਪਰੰਤੂ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿੱਥੈ ਫਿਰ ਪਾਹੇ। ਪਾਤਸ਼ਾਹ ਫਰਮਾਉਂਦੇ, ਇੰਨਾ ਕੁਝ ਹੁੰਦਿਆਂ ਹੋਇਆਂ ਜੇਕਰ ਵਾਹਿਗੁਰੂ ਦੇ ਦਰ ਉੱਪਰ ਤੇਰੀ ਪਤ ਇੱਜ਼ਤ ਲੇਖੇ ਵਿੱਚ ਪ੍ਰਵਾਨਗੀ ਵਿੱਚ ਨਹੀਂ ਨਾ ਪਈ, ਉਸ ਦੇ ਦਰ ਵਿੱਚ ਪ੍ਰਵਾਨ ਨਾ ਹੋਇਆ, ਤਾਂ ਫਿਰ ਤੇਰਾ ਜੀਵ ਆਤਮਾ ਕਿਸ ਜਗ੍ਹਾ ਪਾਇਆ ਜਾਵੇਗਾ। ਭਾਵ ਛੁਟਕਾਰਾ ਤਾਂ ਹੋਣਾ ਨਹੀਂ, ਮੁੜ ਮੁੜ 84 ਲੱਖ ਜੂਨਾਂ ਵਿੱਚ ਕੀੜੇ ਮਕੌੜੇ ਸੱਪ ਆਦਿਕ ਵਿੱਚ ਪਵੇਗਾ। ਲੱਖ ਸਾਸਤ ਸਮਝਾਵਣੀ ਲੱਖ ਪੰਡਤ ਪੜ੍ਹੈ ਪੁਰਾਣ। ਜੇਕਰ ਕੋਈ ਲੱਖਾਂ ਹੀ ਸ਼ਾਸਤਰਾਂ ਨੂੰ ਅਨੇਕਾਂ ਜੁਗਤੀਆਂ ਦੁਆਰਾ ਸਮਝਾਉਣਾ ਕਰੇ ਅਤੇ ਲੱਖਾਂ ਹੀ ਵਿਦਵਾਨ ਪੁਰਾਣਾਂ ਦਾ ਪਾਠ ਪੜ੍ਹਨ ਵਾਲੇ ਹੋਣ, ਪਰੰਤੂ ਜਾਂ ਪਤ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ। ਜੇਕਰ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨਾ ਹੋਇਆ ਸਾਰਾ ਕੁਝ, ਤਦ ਸਾਰੇ ਸ਼ਾਸਤਰਾਂ ਦਾ ਸਮਝਾਉਣਾ, ਪੁਰਾਣਾਂ ਦਾ ਪੜ੍ਹਨਾ ਸਭ ਕੁਪਰਵਾਨ ਹੁੰਦਾ, ਅਪਰਵਾਨ ਹੀ ਹੈ, ਭਾਵ ਖੋਟੀ ਪ੍ਰਵਾਨਗੀ ਵਾਲੇ ਆ, ਇਹ ਕਬੂਲ ਨਹੀਂ ਆ। ਰਾਜੇ ਨੇ ਬੇਨਤੀ ਕੀਤੀ ਕਿ ਇਹ ਮਹਾਰਾਜ ਜੀ, ਫਿਰ ਇੱਜ਼ਤ ਕਿਸ ਪ੍ਰਕਾਰ ਪ੍ਰਵਾਨਗੀ ਵਿੱਚ ਪਵੇਗੀ? ਤਾਂ ਸਤਿਗੁਰੂ ਜੀ ਫਰਮਾਉਂਦੇ ਆ, ਸਚ ਨਾਮ ਪਤ ਊਪਜੈ ਕਰਮ ਨਾਮ ਕਰਤਾਰ। ਹੇ ਰਾਜਨ, ਸੱਚੇ ਨਾਮ ਦੇ ਜਪਣ ਕਰਕੇ ਹੀ ਲੋਕ ਪਰਲੋਕ ਵਿੱਚ ਪਤ ਇੱਜ਼ਤ ਪੈਦਾ ਹੁੰਦੀ, ਪਰੰਤੂ ਇਹ ਕਰਤਾਰ ਪਰਮੇਸ਼ਰ ਦਾ ਸੱਚਾ ਨਾਮ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਅਹਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ। ਸਤਿਗੁਰੂ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਪਾਵਨ ਉਪਦੇਸ਼ ਬਖਸ਼ਦੇ ਹਨ। ਜੇਕਰ ਪਰਮੇਸ਼ਰ ਦਾ ਨਾਮ ਅਹਨਿਸ ਰਾਤ ਦਿਨੇ ਹਿਰਦੇ ਵਿੱਚ ਵਸ ਜਾਵੇ ਤਾਂ ਪਰਮੇਸ਼ਰ ਦੀ ਕਿਰਪਾ ਨਦਰ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ 'ਤੇ ਪਹੁੰਚ ਜਾਈਦਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।